ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਅਨੇਕ ਯਤਨ ਕਰ ਰਹੀ ਹੈ ਅਤੇ ਉਹ ਵੱਡੇ ਐਕਸ਼ਨ ਲੈ ਰਹੀ ਹੈ, ਉੱਥੇ ਹੀ ਅਜਿਹਾ ਭ੍ਰਿਸ਼ਟਾਚਾਰ ਦਾ ਸਾਹਮਣੇ ਆਇਆ ਇੱਕ ਮਾਮਲਾ ਆਓ ਤੁਹਾਨੂੰ ਵੀ ਜਾਣੂ ਕਰਵਾਉਂਦੇ ਹਾਂ। ਅਕਸਰ ਗਨਮੈਨ ਜਾਂ ਗਾਰਡ ਰੱਖਣ ਵਿੱਚ ਲੋਕ ਆਪਣੀ ਸ਼ਾਨ ਸਮਝਦੇ ਹਨ ਅਤੇ ਉਹਨਾਂ ਸਿਕਿਉਰਿਟੀ ਗਾਰਡ ਜਾਂ ਫਿਰ ਗਨਮੈਨ ਦੇ ਹੁੰਦਿਆਂ ਲੋਕ ਖੁਦ ਨੂੰ ਮਹਿਸੂਸ ਸੁਰੱਖਿਅਤ ਕਰਦੇ ਨੇ। ਇੰਨਾ ਹੀ ਨਹੀਂ, ਗਨਮੈਨ ਦੇ ਹੁੰਦਿਆਂ ਲੋਕ ਖੁਦ ਨੂੰ ਬੇਖੌਫ ਵੀ ਹੋ ਜਾਂਦੇ ਹਨ ਅਤੇ ਲੋੜ ਪੈਣ ਤੇ ਇਹ ਸੁਰੱਖਿਆ ਗਾਰਡ ਆਪਣੀ ਜਾਨ ਨੂੰ ਜ਼ੋਖਿਮ ਵਿੱਚ ਪਾ ਕੇ ਜਾਨ ਤੇ ਖੇਡ ਕੇ ਦੂਜਿਆਂ ਦੀ ਜਾਨ ਬਚਾਉਂਦੇ ਹਨ। ਪਰ ਸੁਰੱਖਿਆ ਏਜੰਸੀਆਂ ਇਹਨਾਂ ਸੁਰੱਖਿਆ ਗਾਰਡ ਅਤੇ ਗਨਮੈਨ ਦਾ ਸ਼ੋਸ਼ਣ ਕਰਦਿਆਂ ਹੋਇਆਂ ਨਜ਼ਰ ਆਈਆਂ, ਜਦ ਕੁਝ ਪ੍ਰਾਈਵੇਟ ਸੁਰੱਖਿਆ ਗਾਰਡ ਇਕੱਠੇ ਹੋ ਕੇ ਸੁਰੱਖਿਆ ਏਜੰਸੀਆਂ ਦੀ ਪੋਲ ਖੋਲ੍ਹਦੇ ਹੋਏ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਸੁਰੱਖਿਆ ਏਜੰਸੀ ਸਾਡਾ ਸ਼ੋਸ਼ਣ ਕਰਦੀਆਂ ਨੇ ਅਤੇ ਨਾਮਾਤਰ ਤਨਖਾਹ ਦੇ ਕੇ ਸਾਡੇ ਤੋਂ 12 ਘੰਟੇ ਕੰਮ ਲੈਂਦੀਆਂ ਹਨ। ਇਸ ਮੌਕੇ ਉਹਨਾਂ ਨੇ ਸੁਰੱਖਿਆ ਏਜੰਸੀਆਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਅਤੇ ਜੰਮ ਕੇ ਉਹਨਾਂ ਨੇ ਆਪਣੀ ਭੜਾਸ ਕੱਢੀ। ਉਹਨਾਂ ਨੇ ਆਖਿਆ ਕਿ ਨਾ ਤਾਂ ਸਾਨੂੰ DC ਰੇਟ ਮੁਹੱਈਆ ਕੀਤਾ ਜਾਂਦਾ ਹੈ ਅਤੇ ਨਾ ਹੀ ਸੁਰੱਖਿਆ ਏਜੰਸੀ ਉਸ ਰੇਟ 'ਤੇ ਸਾਨੂੰ ਤਨਖਾਹ ਦਿੰਦੀ ਹੈ ਅਤੇ ਨਾ ਹੀ ਸਾਨੂੰ ਕੋਈ ਸੈਲਰੀ ਸਲਿੱਪ, ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਸਾਡੀ ਤਨਖਾਹ ਕਿੰਨੀ ਹੈ। ਇਹਨਾਂ ਹਾਲਾਤਾਂ ਵਿੱਚ ਪੰਜਾਬ ਸਰਕਾਰ ਨੂੰ ਇਹਨਾਂ ਸੁਰੱਖਿਆ ਗਾਰਡਾਂ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਹੈ ਤਾਂ ਜੋ ਇਹ ਗਰੀਬ ਪਰਿਵਾਰਾਂ ਨਾਲ ਹੋ ਰਿਹਾ ਭ੍ਰਿਸ਼ਟਾਚਾਰ ਖਤਮ ਹੋ ਸਕੇ। ਆਓ ਤੁਹਾਨੂੰ ਵੀ ਇਹਨਾਂ ਸੁਰੱਖਿਆ ਗਾਰਡ ਦਾ ਦੁੱਖੜਾ ਸੁਣਾਉਂਦੇ ਹਾਂ। ਜਿਹਨੇ ਰਕਸ਼ਾ ਕੀਤੀ ਹੈ ਉਹਦੇ ਕੋਈ ਮਦਦ ਨਹੀਂ ਕਰ ਰਿਹਾ, ਕੋਈ ਹੈਲਪ ਨਹੀਂ ਕਰ ਰਿਹਾ, ਪੁਲਿਸ ਤੰਗ ਕਰ ਰਹੀ ਨੂੰ ਚਲਾਉਂਦੇ ਗਾਰਡ ਜੂਨੀਅਰ ਜਿੰਦਾਬਾਦ ਸਿਕਿਉਰਿਟੀ ਗਾਰਡ ਗਵਰਨਮੈਂਟ ਯੂਨੀਅਨ ਜਿੰਦਾਬਾਦ ਸਿਕਿਉਰਿਟੀ ਗਾਰਡ ਗਵਰਨਮੈਂਟ ਯੂਨੀਅਨ ਦੀ ਕੋਈ ਲੈਟਰ ਪੈਡ ਦਿੱਤੀ ਹੈ ਐਪਲੀਕੇਸ਼ਨ ਹੈਗਾ ਵਾਂ ਗਨਮੈਨ ਬੈਂਕ ਡਿਊਟੀ ਕੀਤੀ ਫਿਲਹਾਲ ਤੇ ਮੈਨੂੰ ਹਸਪਤਾਲ ਵਿੱਚ ਹੀ ਮੈਂ ਤੇ ਮੇਰੇ ਤੇ ਛੋਟਾ ਜਿਹਾ ਐਲੀਗੇਸ਼ਨ ਲਾ ਕੇ ਉਹਨਾਂ ਨੇ ਮਤਲਬ ਜਿਹੜਾ ਕੰਪਨੀ ਨੂੰ ਇੰਕਰੀਮੈਂਟ ਲੱਗਦਾ ਨਾ ਉਹ ਲੱਗਣਾ ਸੀ, ਉਹਦਾ ਮੈਨੂੰ ਬੈਨੀਫਿਟ ਮਿਲਣਾ ਸੀ ਤੇ ਉਹਨਾਂ ਨੇ ਮੇਰੇ ਛੋਟਾ ਜਿਹਾ ਐਲੀਗੇਸ਼ਨ ਲਾ ਕੇ ਤੇ ਮੈਨੂੰ ਹਟਾ ਦਿੱਤਾ ਤੇ ਫਿਲਹਾਲ ਤੇ ਮੈਂ ਹਜੇ ਮਤਲਬ ਜੋਬ ਤੋਂ ਹਟਿਆ ਵਾਂ। ਤੇ ਮੈਂ ਗੱਲ ਸਰ ਇਹੀ ਜੋ ਭਾਜੀ ਨੇ ਦੱਸੀ ਸੁਰਜੀਤ ਸਿੰਘ ਹੋਣਾ ਨੇ ਕਿ 28,000 ਰੁਪਈਆ 26,000 ਰੁਪਈਆ ਲੈ ਕੇ ਜਿਹੜੇ ਆ ਬੈਂਕ ਜਾਂ ਹੋਰ ਵੀ ਮੌਲ ਆ ਪ੍ਰਾਈਵੇਟ ਹਸਪਤਾਲ ਦੀ ਸਿਕਿਉਰਿਟੀ ਆ ਤੇ ਸਾਨੂੰ ਕੁਛ ਵੀ ਨਹੀਂ ਦਿੰਦੇ। ਇਹ ਵੀਰ ਜੀ ਆਪਣੇ ਲਾਗੇ ਖੜੇ ਆ, ਉਹ ਪਰ ਪਿੱਛੇ ਜਾ ਰਿਹਾ ਕਿ ਮੈਂ ਬੋਲ ਨਹੀਂ ਸਕਦਾ ਕੈਮਰੇ ਸਾਹਮਣੇ। ਇਹ ਇੰਡੋਸੈਂਟ ਬੈਂਕ ਦੇ ਗਨਮੈਨ ਨੇ ਮੀਰਾਂਕੋਟ, ਇਹਨਾਂ ਦੇ 26,000 ਰੁਪਏ ਦਾ ਜਿਹੜਾ ਬਿੱਲ ਬਣਦਾ ਵਾ ਤੇ ਇਹਨਾਂ ਨੂੰ ਦੇ ਰਿਹਾ 10,500 ਰੁਪਈਆ, ਮਤਲਬ 3 ਸਾਲ 4 ਸਾਲ ਤੋਂ ਇਹੀ ਪੈਸੇ ਦੇ ਰਹੇ ਆ। ਹਰ ਵਾਰ ਇਹੀ ਕਹਿੰਦੇ ਆ ਕਿ ਅਗਲੀ ਸੈਲਰੀ ਜਿਹੜੀ ਆ ਉਹ ਵੱਧ ਕੇ ਆਏਗੀ, ਪਰ ਆਉਂਦਾ ਕੁਛ ਵੀ ਨਹੀਂ ਵੱਧ ਕੇ। ਜੇ ਜ਼ਿਆਦਾ ਅਸੀਂ ਕਹਿੰਦੇ ਆ ਕਿ ਸਾਨੂੰ ਸਾਡੀ ਸਲਿੱਪ ਦਿਓ, ਸੈਲਰੀ ਸਲਿੱਪ ਜਾਂ ਸਾਡੀ ਸੈਲਰੀ ਵਧਾਓ, ਤਾਂ ਕਹਿੰਦੇ ਆ ਕਿ ਡਿਊਟੀ ਕਰਨੀ ਆ ਤੇ ਕਰੋ, ਤੁਹਾਡੀ ਮਰਜ਼ੀ ਆ, ਸਾਡੇ ਕੋਲ ਗਨਮੈਨ ਹੋਰ ਬੜੇ ਆ ਪਰ ਸੈਲਰੀ ਨਹੀਂ ਵਧਣੀ ਤੁਹਾਡੀ, ਕੋਈ ਮਤਲਬ ਸਾਡੀ ਕੋਈ ਮਰਜ਼ੀ ਨਹੀਂ, ਉਹਦੇ ਵਿੱਚ ਸਾਡਾ ਕੋਈ ਅਧਿਕਾਰ ਨਹੀਂ ਗਾ। ਮਤਲਬ ਇੱਕ ਗੁਲਾਮ ਦੀ ਤਰ੍ਹਾਂ ਸਾਨੂੰ ਰੱਖਿਆ ਜਾ ਰਿਹਾ ਵਾ ਕਿ ਇਹੀ ਸੈਲਰੀ ਮਿਲਣੀ ਆ, ਐਸੇ ਹੀ ਗੁਜ਼ਾਰਾ ਕਰੋ, ਜੇ ਕਰਨੀ ਹੈ ਠੀਕ ਵਾ, ਨਹੀਂ ਤਾਂ ਤੁਸੀਂ ਜੋਬ ਛੱਡ ਸਕਦੇ ਹੋ। ਮਤਲਬ ਸਾਨੂੰ ਜਿਹੜਾ ਜਵਾਬ ਅੱਗੋਂ ਮਿਲਦਾ ਇਹੀ ਮਿਲਦਾ ਵਾ। ਤੇ ਸਰ ਤੁਹਾਨੂੰ ਗਾੜੀ ਮਤਲਬ ਸਾਡੀ ਰਿਕੁਐਸਟ ਵਾ ਕਿ ਸਾਡੀ ਜਿਹੜੀ ਆ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ, ਕਿਉਂਕਿ ਜਿਹੜੀ ਸਰਕਾਰ ਵਾ ਇਹ ਇਹਨਾਂ ਕੰਪਨੀਆਂ ਨੂੰ ਪੁੱਛ ਸਕੇ ਕਿ ਮਤਲਬ ਇਹਨਾਂ ਧੱਕਾ ਕਿਉਂ ਕਰ ਰਿਹਾ ਜੋ। ਬਸ ਹਾਂਜੀ ਸਰ, ਬਸ ਸਾਡੀ ਸਰ ਇਹੀ ਰਿਕੁਐਸਟ ਹੈ ਜੀ। ਆਉਂਦਾ ਵਾ ਉਹ ਵੈਪਨ ਦੇ ਨਾਲ ਜਿਹੜਾ ਗਨਮੈਨ ਆ, ਕਿਤੇ ਉਹ ਬੈਂਕ 'ਚ ਆ ਜਾਂ ਕਿਤੇ ਹੋਰ ਸਿਕਿਉਰਿਟੀ ਗਾਰਡ ਆ, ਉਹਦਾ 30,179 ਰੁਪਏ ਜਿਹੜਾ DC ਰੇਟ ਆ ਔਰ ਦਿੱਤਾ ਉਹਨੂੰ ਜਾ ਰਿਹਾ। ਇਹਦਾ ਮੈਂ ਇੱਕ ਫੇਅਰਬਲ ਕੰਪਨੀ ਦੇ ਰਾਹੀਂ ਆ ਤੇ ਮੈਨੂੰ ਇੱਕ 15,000 ਰੁਪਇਆ ਦਿੱਤਾ ਜਾ ਰਿਹਾ। ਬਾਕੀ ਮੇਰੇ ਲਾਗੇ HDFC ਦੇ ਬੈਂਕ ਆ, ਕਿਸੇ ਨੂੰ 10,000, ਕਿਸੇ ਨੂੰ 11,000, ਜਾਣੀ ਕਿ ਤੀਸਰਾ ਹਿੱਸਾ ਵੀ ਜਿਹੜਾ ਉਹ ਸਾਨੂੰ ਨਹੀਂ ਦਿੱਤਾ ਜਾ ਰਿਹਾ। ਜੇ ਅਸੀਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਸਾਨੂੰ ਸਾਡੀਆਂ ਪੇ ਸਲਿੱਪਾਂ ਦੱਸੋ, ਸਾਡੇ ਪੈਸੇ ਪਿੱਛੋਂ ਕੰਪਨੀ ਦੇ ਕਿੰਨੇ ਮਿਲਦੇ ਸਾਨੂੰ ਦੱਸੋ, ਤੇ ਕੋਈ ਨਾ ਕੋਈ ਜਿਤਨਾ ਵੀਰ ਜੀ ਨੇ ਦੱਸਿਆ ਮਾੜਾ ਮੋਟਾ ਐਲੀਗੇਸ਼ਨ ਲਾ ਕੇ ਚਲੋ ਜੀ ਟ੍ਰਾਂਸਫਰ ਕਰ ਦਿੰਦੇ ਲੁਧਿਆਣੇ। ਹੁਣ ਤੁਸੀਂ ਸਿਆਣੇ ਜੇ ਜਿਹਨੂੰ 12,000 ਰੁਪਈਆ ਜਾਂ 13,000 ਮਿਲਦਾ ਵਾ, ਉਹ ਲੁਧਿਆਣੇ ਕਿਵੇਂ ਜਾ ਕੇ ਆਪਣੀ ਜੋਬ ਕਰੂਗਾ, ਕਿਵੇਂ ਉੱਥੋਂ ਆਊਗਾ? ਬਸ ਕੱਢਣ ਦਾ ਇੱਕ ਤਰੀਕਾ। ਬਾਕੀ ਜਦੋਂ ਐਗਰੀਮੈਂਟ ਸਾਈਨ ਹੁੰਦੇ ਆ ਉਦੋਂ ਕੋਈ ਦੱਸਦਾ ਨਹੀਂ ਗਾ। ਇੱਕ ਸਭ ਤੋਂ ਵੱਡੀ ਪੰਜਾਬ ਦੇ ਵਿੱਚ ਸਾਨੂੰ ਸਮੱਸਿਆ ਇਹ ਆ ਕਿ ਜਿਹੜੇ ਸਾਡੇ ਐਗਰੀਮੈਂਟਾਂ 'ਤੇ ਸਾਈਨ ਕਰਾਉਂਦੇ ਆ ਉਹ ਸਾਰੇ ਇੰਗਲਿਸ਼ ਦੇ ਵਿੱਚ ਲਿਖੇ ਹੁੰਦੇ ਆ। ਮੈਂ ਸਾਫ਼ ਤੌਰ 'ਤੇ ਕਹਿੰਦਾ ਪੰਜਾਬੀ ਮਾਂ ਬੋਲੀ 'ਚ ਨਹੀਂ ਲਿਖੇ ਹੁੰਦੇ। ਜੇ ਲਿਖੇ ਹੋਣ ਅਸੀਂ ਪੜ੍ਹੀਏ, ਉਹਨਾਂ ਨੂੰ ਪੜ੍ਹ ਕੇ ਸਾਈਨ ਕਰੀਏ। ਨੰਬਰ 2 ਤੇ ਬੇਰੁਜ਼ਗਾਰ ਬੰਦਾ ਹੁੰਦਾ, ਤੁਹਾਨੂੰ ਪਤਾ ਕਰੋਨਾ ਕਾਲ ਨਿਕਲਿਆ ਔਰ ਜਿੱਥੇ ਜਿੱਥੇ ਵੀ ਕਿਸੇ ਨੂੰ ਰਜਿਸਟਰਮੈਂਟ ਮਿਲਦੀ ਉਹ ਕਹਿੰਦਾ ਭੁੱਖਾ ਪਰਿਵਾਰ ਆ ਤੇ ਮੈਂ ਉੱਥੇ ਹੀ ਜਾ ਕੇ ਲੱਗ ਜਾਵਾਂ। ਤੇ ਇਹ ਜਿਹੜੀਆਂ ਕੰਪਨੀਆਂ ਵਾ ਇਹ ਰਲ ਕੇ ਨਾਲ ਬੈਂਕ ਵਾਲਿਆਂ ਨਾਲ ਰਲ ਕੇ ਸਰਕਾਰਾਂ ਦੇ ਨਾਲ ਰਲ ਕੇ ਤੀਸਰਾ ਹਿੱਸਾ ਪੈਸਾ ਜਿਹੜਾ ਉਹ ਸਾਡਾ ਖਾਈ ਜਾ ਰਹੀਆਂ ਵਾ। ਤੇ ਸਾਡੀ ਰਿਕੁਐਸਟ ਇਹੋ ਹੀ ਆ ਸਰਕਾਰ ਅੱਗੇ ਕਿ ਥੋੜ੍ਹਾ ਬਹੁਤਾ ਸਾਡੇ ਬਾਰੇ ਵੀ ਸੋਚੋ, ਕਿਉਂਕਿ ਅਸੀਂ ਵੀ ਵੋਟਾਂ ਪਾ ਕੇ ਭਗਵੰਤ ਮਾਨ ਸਾਹਿਬ ਨੂੰ ਇਸ ਲਾਈਨ ਦੇ ਵਿੱਚ ਲਿਆਂਦਾ ਵਾ। ਇਸੇ ਕਰਕੇ ਲਿਆਂਦਾ ਵਾ ਕਿ ਸਾਫ਼ ਸੁਥਰੇ ਬੰਦੇ ਆ ਔਰ ਸਾਡੀ ਵੀ ਗੱਲ ਸੁਣਨਗੇ। ਅਸੀਂ ਵੀ ਵੋਟਾਂ ਪਾਈਆਂ, ਜਿੰਨੇ ਬੰਦੇ ਬੈਠੇ ਇਹਨਾਂ ਦੇ ਪਰਿਵਾਰਾਂ ਨੇ ਸਾਰਿਆਂ ਨੇ ਇਲੈਕਸ਼ਨ ਲੜ ਕੇ ਵੋਟਾਂ ਪਾਈਆਂ ਵਾ ਔਰ ਇਹਨਾਂ ਨੇ ਜਿਤਾਇਆ। ਤੇ ਸਾਨੂੰ ਪਹਿਲਾਂ ਵੀ ਸਾਨੂੰ ਬੜੇ ਜ਼ਿਆਦਾ ਦੱਸਦੇ ਸੀ ਕਿ ਤੁਸੀਂ ਆਵਾਜ਼ ਆਪਣੀ ਚੁੱਕੋ, ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ। ਤਕਰੀਬਨ ਹੁਣ ਤੁਹਾਡੇ ਸਾਹਮਣੇ 3 ਮਹੀਨੇ ਹੋ ਗਏ ਆ ਜਿਹਦੇ ਨਾਲ ਕੰਟੈਕਟ ਕਰੀਦਾ, ਪਹਿਲੀ ਗੱਲ ਤੇ ਉਹ ਫੋਨ ਹੀ ਨਹੀਂ ਚੁੱਕਦਾ। ਜੇ ਕੋਈ ਫੋਨ ਚੁੱਕੇ ਤੇ ਕਹਿੰਦਾ ਤੁਸੀਂ ਬੰਦੇ ਇਕੱਠੇ ਕਰੋ।
ਹੁਣ ਬੰਦੇ ਇਕੱਠੇ ਕਰਨ ਦਾ ਤੁਹਾਨੂੰ ਪਤਾ 12-12 ਘੰਟੇ ਸਾਡੇ ਕੋਲ ਡਿਊਟੀ ਲੈ ਰਹੇ ਆ। 12 ਘੰਟਿਆਂ ਦੇ ਵਿੱਚ ਜਿਹੜਾ ਦਿਨੇ ਡਿਊਟੀ ਕਰਦਾ ਉਹਨੇ ਰਾਤ ਨੂੰ ਰੈਸਟ ਕਰਨੀ, ਜਿਹਨੇ ਰਾਤ ਨੂੰ ਡਿਊਟੀ ਕੀਤੀ ਉਹਨੇ ਰੈਸਟ ਦਿਨੇ ਕਰਨੀ ਹੈ, ਤੇ 12-12 ਘੰਟੇ ਵਾਲਾ ਬੰਦਾ ਇਕੱਠੇ ਕਿਵੇਂ ਕਰੂ। ਫਿਰ ਵੀ ਅਸੀਂ ਚਲੋ ਇੱਕ ਪ੍ਰਧਾਨ ਹੋਣ ਦੇ ਨਾਂ ਤੇ ਵੀਰਾਂ ਸਾਰਿਆਂ ਨੇ ਅੱਗੇ ਚਲੋ ਸੇਵਾ ਬਖਸ਼ੀ ਆ ਤੇ ਕਿਹਾ ਵਾ ਕਿ ਗੱਲ ਨੂੰ ਅੱਗੇ ਚੁੱਕੀਏ, ਤੇ ਅਸੀਂ ਗੱਲ ਨੂੰ ਅੱਗੇ ਚੁੱਕਦੇ। ਇੱਕ ਸਭ ਤੋਂ ਵੱਡਾ ਸਾਡਾ ਮੇਨ ਮੁੱਦਾ ਇਹ ਆ, ਅੱਜ ਤੁਹਾਡੇ ਚੈਨਲ ਰਾਹੀਂ ਕਹਿੰਦੇ ਆ ਕਿ ਜਿਹੜੇ ਬੰਦੇ ਸਾਡੇ ਇੱਥੇ ਹੁਣ ਮੁੱਖ ਸਾਹਮਣੇ ਆ ਗਏ ਆ, ਔਰ ਇਹਨਾਂ ਬੰਦਿਆਂ ਨੂੰ ਕੋਈ ਨਾ ਕੋਈ ਐਲੀਗੇਸ਼ਨ ਲਾ ਕੇ ਜੇ ਕਿਸੇ ਨੇ ਸਾਈਡ ਤੇ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਦੀ ਨੌਕਰੀ ਖੋਈ, ਸਭ ਤੋਂ ਪਹਿਲਾਂ ਕੋਰਟ ਦੇ ਵਿੱਚ, ਲੇਬਰ ਕੋਰਟ ਦੇ ਵਿੱਚ ਮੈਂ ਜਾ ਕੇ ਐਪਲੀਕੇਸ਼ਨ ਦਾਇਰ ਕਰੂੰਗਾ। ਇਸ ਕਰਕੇ ਹਾਂ, ਕੋਈ ਐਲੀਗੇਸ਼ਨ ਲੱਗਦਾ ਸਾਡਾ ਬੰਦਾ ਗਲਤ ਕਰਦਾ ਕੰਮ, ਕਿ ਉਹਨੂੰ ਸਾਹਮਣੇ ਲੈ ਕੇ ਆਓ, ਅਸੀਂ ਵੀ ਤੁਹਾਡਾ ਸਾਥ ਦੇਵਾਂਗੇ। ਤੇ ਸਾਨੂੰ ਜਿੰਨੀ ਬਣਦੀ ਤਨਖਾਹ, ਅਸੀਂ ਨਹੀਂ ਕਹਿੰਦੇ ਵੀ ਤੁਸੀਂ ਕੰਪਨੀਆਂ, ਤਨਖਾਹ ਸਾਡੀ ਪਿੱਛੋਂ ਤਨਖਾਹ ਆਉਂਦੀ ਹੈ ਤਕਰੀਬਨ ਵੈਪਨ ਵਾਲੇ ਗਨਮੈਨ ਦੀ 30,000 ਰੁਪਈਆ ਸੈਲਰੀ ਆ, ਤੇ ਉਹਨੂੰ ਸਿਰਫ ਤੇ ਸਿਰਫ 15,000 ਤੋਂ ਥੱਲੇ ਜਾਣੀ ਕਿ ਕਿਸੇ ਨੂੰ 13,000, ਕਿਸੇ ਨੂੰ 12,000, ਹੱਦ 15,000 ਰੁਪਈਆ ਮਿਲਦੀ ਹੈ। ਤੇ ਜਿਹੜੇ ਸਿਕਿਉਰਿਟੀ ਗਾਰਡ ਨੇ ਸਾਡੇ 12 ਘੰਟੇ ਉਹਨਾਂ ਕੋਲ ਜੌਬ ਲੈਂਦੇ, ਉਹਨਾਂ ਦੀ 18,164 ਰੁਪਈਆ ਇਸ ਟਾਈਮ ਜਿਹੜਾ ਡੀਸੀ ਰੇਟ ਆ, ਤੇ ਮਿਲਦੀ ਉਹਨਾਂ ਨੂੰ ਕਿੰਨੀ ਆ, ਕਿਸੇ ਨੂੰ 7500 ਰੁਪਈਆ, ਕਿਸੇ ਨੂੰ 8200 ਰੁਪਈਆ, 10,000 ਤੋਂ ਉੱਪਰ ਕਿਸੇ ਨੂੰ ਨਹੀਂ ਮਿਲਦੀ। ਤੇ ਸਾਡੀ ਇਹੋ ਹੀ ਬੇਨਤੀ ਹੈ ਤੁਹਾਡੇ ਮਾਧਿਅਮ ਰਾਹੀਂ, ਚੈਨਲ ਰਾਹੀਂ, ਕਿ ਸਾਰਿਆਂ ਨੂੰ ਬਣਦੀ ਜਿਹੜੀ ਇਹਨਾਂ ਦੀ ਪੇ ਆ ਉਹ ਮਿਲਣੀ ਚਾਹੀਦੀ ਆ। ਨੰਬਰ 2 ਤੇ ਇਹਨਾਂ ਦੇ ਪਰਿਵਾਰ ਜਿਹੜੇ ਆ, ਇਹਨਾਂ ਦਾ ਕੋਈ ਜਿਸ ਤਰ੍ਹਾਂ ਆਪਣੇ 139 ਰੁਪਈਏ ਜਿਹੜੇ ਸਾਡੇ ਆ ਕੱਟਦੇ ਆ, ਇਹ ਆਪਾਂ ਨੂੰ ਮੈਡੀਕਲ ਬੈਨੀਫਿਟ ਦੇਣ ਵਾਸਤੇ, ਤੇ ਤਕਰੀਬਨ ਜਿੰਨੇ ਬੰਦੇ ਇੱਥੇ ਖੜੇ ਆ ਇਹਨਾਂ ਦੇ ਵਿੱਚੋਂ 1-2 ਬੰਦੇ ਹੋਣਗੇ ਜਿਨ੍ਹਾਂ ਨੂੰ ES ਕਾਰਡ ਬਣਾ ਕੇ ਦਿੱਤੇ ਆ, ਵਰਨਾ ਕਿਸੇ ਨੂੰ ਨਹੀਂ ਬਣਾ ਕੇ ਦਿੱਤੇ। ਔਰ ਨਾ ਹੀ ਇਹਨਾਂ ਦੇ PDF ਦਾ ਪਤਾ ਵਾ ਵੀ ਕਿੱਥੇ ਉਹ PDF ਮਤਲਬ ਮੇਰੇ ਕਹਿਣ ਦਾ ਕਿ ਫੰਡ ਜਿਹੜਾ ਵਾ ਉਹ ਕੱਟਦੇ ਆ, ਉਹ ਵੀ ਨਹੀਂ ਇਹਨਾਂ ਨੂੰ ਦੱਸਿਆ ਜਾਂਦਾ ਵੀ ਕਿੰਨਾ ਤੁਹਾਡੇ ਦੇ ਕੱਟਿਆ, ਕਿੰਨਾ ਨਹੀਂ ਕੱਟਿਆ। ਇਹ ਵੀਰ ਆ ਤੇ ਇਹਦਾ ਵੀ ਮਾੜਾ ਜਿਹਾ ਐਲੀਗੇਸ਼ਨ ਲਾ ਕੇ ਇਹਨੂੰ ਸਾਈਡ ਤੇ ਕਰ ਦਿੱਤਾ, ਤੇ ਕਹਿੰਦੇ 15 ਦਿਨਾਂ ਤੱਕ ਤੁਹਾਨੂੰ ਡਿਊਟੀ ਜਿਹੜੀ ਆ ਉਹ ਦੁਬਾਰਾ ਤੁਹਾਨੂੰ ਡਿਊਟੀ ਤੇ ਰੱਖਾਂਗੇ। ਇਸ ਤਰ੍ਹਾਂ ਦੇ ਨਿੱਕੇ ਐਲੀਗੇਸ਼ਨ ਲਾ ਕੇ ਜਦੋਂ ਫਿਰ ਨੰਬਰ 2 ਤੇ ਇੱਕ ਕਾਨੂੰਨੀ ਕਾਰਵਾਈ ਦੇ ਵਿੱਚ ਇਹ ਵੀ ਆ ਕਿ ਜਿਹੜੇ ਬੰਦੇ ਦੀ ਕੰਪਨੀ ਦੇ ਵਿੱਚ 10 ਸਾਲ ਪੂਰੇ ਕੰਪਲੀਟ ਹੋ ਜਾਂਦੇ ਆ, ਉਹਨੂੰ ਉਹਦੀ ਬਣਦੀ ਜਿਹੜੀ ਆ ਪੈਨਸ਼ਨ ਜਿੰਨੀ ਵੀ ਬਣਦੀ ਉਹਨੂੰ ਮਿਲਦੀ ਆ, ਉਹਨੂੰ ਦਿੱਤੀ ਜਾਂਦੀ ਆ। ਤੇ ਸਭ ਤੋਂ ਮੇਨ ਮਕਸਦ ਇੱਕੋ ਹੀ ਆ ਕਿ ਜਦੋਂ ਕਿਸੇ ਨੂੰ 10 ਸਾਲ ਹੋਣ ਦੇ ਨਜ਼ਦੀਕ ਆਉਂਦੇ ਆ, ਉਦੋਂ ਕੋਈ ਨਾ ਕੋਈ ਐਲੀਗੇਸ਼ਨ ਲਾ ਕੇ ਉਹਨੂੰ ਸਾਈਡ ਤੇ ਕਰ ਦਿੰਦੇ ਆ, ਤੇ ਆਪ ਸਾਈਡ ਤੇ ਹੋ ਜਾਂਦੇ ਆ ਕਿ ਉਹਨੂੰ ਪੈਨਸ਼ਨ ਨਾ ਦੇਣੀ ਪਵੇ। ਇਸ ਕਰਕੇ ਸਾਡੀ ਪੂਰੀ ਹੋਰ ਅਪੀਲ ਆ ਕਿ ਜੇ ਇਹ ਮਸਲਾ ਸਾਡਾ ਹੱਲ ਨਾ ਹੋਇਆ ਤੇ ਇਹ ਜਿੰਨੇ ਗਨਮੈਨ ਆ, ਜਿੰਨੇ ਸਿਕਿਉਰਿਟੀ ਗਾਰਡ ਆ, ਇਹ ਮਜਬੂਰ ਹੋਣਗੇ ਸੜਕਾਂ ਤੇ ਆਉਣ। ਔਰ ਨਾਲ ਅਸੀਂ ਵੀ ਕਿਸਾਨ ਯੂਨੀਅਨ ਨੂੰ ਬੇਨਤੀ ਕੀਤੀ ਆ, ਕਿਸਾਨ ਯੂਨੀਅਨ ਦੇ ਨਾਲ ਹਾਂ, ਅਸੀਂ ਕਿਸਾਨ ਯੂਨੀਅਨ ਨੂੰ ਪੂਰਾ ਸਾਥ ਦਿੱਤਾ ਹੈ, ਚਾਹੇ ਉਹ ਬੰਦਿਆਂ ਦਾ ਸਾਥ ਹੋਵੇ, ਚਾਹੇ ਉਹ ਮਾਲੀ ਸਹਾਇਤਾ ਦਾ ਸਾਥ ਹੋਵੇ। ਤੇ ਉਹਨਾਂ ਵੱਲੋਂ ਵੀ ਸਾਨੂੰ ਬੇਨਤੀ ਕੀਤੀ ਗਈ ਹੈ ਕਿ ਜੇ ਤੁਹਾਡਾ ਇਹ ਮਸਲਾ ਹੱਲ ਹੁੰਦਾ ਠੀਕ ਹੈ, ਜੇ ਤੁਹਾਡਾ ਨਹੀਂ ਮਸਲਾ ਹੱਲ ਹੁੰਦਾ, ਜਿੱਥੇ ਵੀ ਤੁਸੀਂ ਮੋਰਚਾ ਲਾਉਣਾ ਵਾ ਉਹ ਮੋਰਚਾ ਲਾਉਣ ਨੂੰ ਅਸੀਂ ਤੁਹਾਡੇ ਨਾਲ ਹੋਵਾਂਗੇ। ਇਸ ਕਰਕੇ ਮੇਰੀ ਬੇਨਤੀ ਆ ਕਿ ਸਰਕਾਰ ਨੂੰ ਥੋੜ੍ਹਾ ਜਿਹਾ ਸਾਡੇ ਵੱਲ ਧਿਆਨ ਦੇਣਾ ਚਾਹੀਦਾ, ਤੇ ਸਾਡੀਆਂ ਮੰਗਾਂ ਜਿਹੜੀਆਂ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਅਸੀਂ ਆਪਣਾ ਹੱਕ ਮੰਗ ਰਹੇ ਹਾਂ, ਅਸੀਂ ਕਿਸੇ ਦਾ ਹੱਕ ਨਹੀਂ ਮੰਗ ਰਹੇ। 12-12 ਘੰਟੇ ਡਿਊਟੀ ਕਰਕੇ ਅਸੀਂ ਆਪਣਾ ਹੱਕ ਮੰਗ ਰਹੇ, ਤੇ ਸਾਨੂੰ ਪਲੀਜ਼ ਸਾਡਾ ਹੱਕ ਜਿਹੜਾ ਉਹ ਦੇਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।